ਇੱਥੇ ਬੜੇ ਬੜੇ ਗਿਆਨੀ ਰਾਤੋਂ ਰਾਤ ਜੰਮ ਜਾਂਦੇ ਨੇ, ਰਾਤੋਂ ਰਾਤ ਗਿਆਨੀ ਜੰਮ ਜਾਂਦੇ ਨੇ। ਉਹ ਨੁਕਤਾਚੀਨੀ ਕਰਨ ਵਾਲੇ, ਲੇਕਿਨ ਉਹਨੂੰ ਪਤਾ ਕੁਛ ਨਹੀਂ ਹੁੰਦਾ। ਇੱਕ ਕਿਤਾਬ ਪੜ੍ਹੀ ਤਾਂ ਕਹਿਤਾ ਜੀ ਅਸੀਂ ਬੜਾ ਭਾਰੀ ਇਤਿਹਾਸਕਾਰ ਬਣ ਗਏ। ਜਿੱਥੋਂ ਇਤਿਹਾਸਕਾਰ ਇਤਿਹਾਸ ਲੈਂਦੇ ਨੇ, ਮੇਰੇ ਜਿਹੜੇ ਕੰਟੈਕਟ ਨੇ ਉਹਨਾਂ ਨਾਲ ਨੇ ਜਿਹੜੇ ਉਹ ਇਤਿਹਾਸਕਾਰ ਬੜਾ ਬੜਾ ਇਤਿਹਾਸ ਲਿਖਦੇ ਨੇ, ਔਰ ਉਹ ਇਤਿਹਾਸ ਕਿੱਥੋਂ ਲੈਂਦੇ ਨੇ ਉਹ ਮੇਰੇ ਕੋਲ ਜਿਹੜੇ ਹੈਗਾ ਸਾਰੇ ਸੋਰਸਿਸ ਨੇ ਮੇਰੇ ਕੋਲ। ਜਿਸ ਤਰ੍ਹਾਂ ਪਰਸ਼ੀਅਨ ਸੋਰਸਿਸ ਨੇ, ਪਾਰਸੀ ਸੋਰਸਿਸ ਨੇ, ਔਰ ਮੁਗਲ ਲੇਟਰਸ ਹੈ, ਔਰ ਐਸੀਆਂ ਕਿਤਾਬਾਂ ਬਹੁਤ ਨੇ। ਉੱਥੋਂ ਲੈ ਕੇ ਜਿਹੜੇ ਲੋਕਾਂ ਨੂੰ ਪਤਾ ਵੀ ਨਹੀਂ ਹੈ, ਜੋ ਮੇਰੇ ਕੋਲ ਪੁੱਛਦੇ ਨੇ ਆਹ ਕਿੱਥੋਂ ਤੁਸੀਂ ਲਿਆ, ਆਹ ਕਿੱਥੋਂ ਲਿਆ, ਆਹ ਕਿੱਥੋਂ ਲਿਆ, ਮੈਂ ਦੱਸਦਾ ਉਹਨਾਂ ਨੂੰ ਵੀ ਇਸ ਤਰ੍ਹਾਂ ਗੱਲਬਾਤ। ਲੋਕ ਟੈਲੀਫੋਨ ਵੀ ਕਰਦੇ ਨੇ। ਅਤੇ ਉਹ ਇੱਕ ਇਹ ਹੈ ਕਿ ਕੋਈ ਮਾਈ ਭਾਈ ਜਿਹੜੇ ਹੈ, ਅਗਰ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਪਿਆਰ ਹੈ ਇਤਿਹਾਸ ਦੇ ਨਾਲ, ਉਹ ਗੱਲਬਾਤ ਕਰੋ। ਇੱਕ ਐਸ਼ੀਅਰ ਸਾਹਿਬ ਹੈ ਦਿਲਬਾਗ ਸਿੰਘ ਜੀ, ਇਹਨਾਂ ਨਾਲ ਗੱਲ ਕਰੋ। ਆਹ ਬਾਬਾ ਜੀ ਬੈਠੇ ਇਹਨਾਂ ਨਾਲ ਗੱਲ ਕਰੋ, ਮੇਰੇ ਨਾਲ ਗੱਲ ਕਰ ਲਓ, ਔਰ ਉਹ ਛਪਵਾ ਕੇ ਆਪਾਂ ਵੰਡੀਏ। ਤੀਸਰੀ ਗੱਲ ਜਿਹੜੀ ਕਿ ਮੈਂ ਬਹੁਤ ਜ਼ਰੂਰੀ ਦੱਸਣਾ ਚਾਹੁੰਦਾ, ਮਾफ़ ਕਰਿਓ ਕਿਸੇ ਦਾ ਦਿਲ ਦੁੱਖ ਜਾਏ ਤਾਂ ਮੈਂ ਮਾफ़ ਕਰ ਦੇਣਾ। ਗੁਰੂ ਮਹਾਰਾਜ ਦੇ ਹਜ਼ੂਰੀ 'ਚ ਖੜੇ ਹਾਂ। ਅੱਜ 2011 ਦੇ ਵਿੱਚ ਇਸ ਜਗ੍ਹਾ ਦਾ ਜਿਹੜਾ ਅਸੀਂ ਪ੍ਰਚਾਰ ਸ਼ੁਰੂ ਕੀਤਾ। 2011 ਤੋਂ ਪਹਿਲਾਂ ਕਪੂਰੀ ਸੰਟਾ ਕਪੂਰੀ, ਕੋਈ ਕਿਤੇ ਕਪੂਰੀ, ਕੋਈ ਕਪੂਰੀ ਕਹਿੰਦਾ ਸੀ। ਉਹ ਦਰਬਾਰ ਸਿੰਘ ਜੀ ਨੇ ਅਸੀਂ ਸਾਰਿਆਂ ਨੇ ਸਲਾਹ ਕਰਕੇ ਜਦੋਂ ਇੱਕ ਕੀਰਤਨ ਦਰਬਾਰ ਇੱਥੇ ਆਇਆ ਸੀ, ਉੱਥੋਂ ਸ਼ੁਰੂ ਅਸੀਂ ਕੀਤਾ। ਕਰਨ ਤੋਂ ਬਾਅਦ ਜਦੋਂ ਐਸਤਾ ਆਇਆ, ਮੇਰੇ ਦਿਲ 'ਚ ਆਇਆ ਕਿ ਜਿਹੜੀ ਕਿਲੇ ਦੀ ਜਗ੍ਹਾ ਹੈ ਉਹ ਮੁੱਲ ਲੈ ਕੇ ਛਡਾਈ ਜਾਵੇ। ਇਹ ਸੁਣਨ ਵਾਲੀ ਧਿਆਨ ਵਾਲੀ ਗੱਲ ਹੈ ਜੀ, ਬਈ ਉਹ ਕਿਲੇ ਦੀ ਜਗ੍ਹਾ ਜਿਹੜੀ ਹੈ ਮੁੱਲ ਲਈ ਜਾਵੇ, ਛਟਾਈ ਜਾਵੇ, ਉਸ ਜੋ ਮਰਜ਼ੀ ਬਣਾਈਏ। ਬਾਅਦ ਵਿੱਚ ਮੈਂ 3 ਬੰਦੇ ਜਿਹੜੇ, ਇੱਕ ਦਿਲਬਾਗ ਸਿੰਘ ਸੀ ਸਰਪੰਚ ਸਾਹਿਬ ਜੀ, 3 ਬੰਦੇ ਅਸੀਂ ਗਏ ਲੋਹਗੜ੍ਹ। ਅਕਾਲ ਤਖਤ ਸਾਹਿਬ ਦੇ ਜਿਹੜੇ ਹੈ ਜਥੇਦਾਰ ਸਾਡੇ, ਉਹਨਾਂ ਨਾਲ ਲਿੰਕ ਸੀ। ਅਸੀਂ ਉੱਥੇ ਅਰਜ਼ੀ ਕੀਤੀ ਕਿ ਸਾਨੂੰ ਪੈਸਾ ਦਿਵਾਓ, ਅਸੀਂ ਕਿਲਾ ਖਰੀਦਣਾ ਹੈ। ਉਹਨਾਂ ਨੇ ਕਿਹਾ, ਦਿਲਬਾਗ ਸਿੰਘ ਨੇ ਕਿਹਾ ਵੀ ਤੁਸੀਂ ਨਕਸ਼ਾ ਬਣਾ ਲਓ, ਜਿੰਨੇ ਬੰਦਿਆਂ ਕੋਲ ਹੈ ਜਗ੍ਹਾ ਉਹਦੀ ਕੀਮਤ ਪਾ ਲਓ, ਔਰ ਸਾਨੂੰ ਦੱਸ ਦਿਓ, ਤੁਹਾਨੂੰ ਕੀਮਤ ਮਿਲ ਜਾਏਗੀ। ਜਿਹੜਾ ਗੁਰਦੁਆਰੇ ਜਗ੍ਹਾ ਦੇਣਾ ਚਾਹੁੰਦਾ ਫ੍ਰੀ ਦੇ ਦੇ, ਉਹਦੇ ਪੈਸੇ ਤੁਸੀਂ ਜਮ੍ਹਾਂ ਕਰ ਲਿਓ। ਜਿਹੜਾ ਲੈਣਾ ਚਾਹੇਗਾ ਉਹਨੂੰ ਤੁਸੀਂ ਪੈਸੇ ਦੇ ਦਿਓ, ਤੁਹਾਨੂੰ ਪੈਸਾ ਮਿਲ ਜਾਏਗਾ। ਮੈਂ ਕਿਹਾ ਜੀ ਠੀਕ ਹੈ। ਮੇਰੀ ਡਿਊਟੀ ਉਹਨਾਂ ਨੇ ਲਾਈ ਕਿ ਤੁਸੀਂ ਬੋਰਡ ਲਾ ਦਿਓ, ਉੱਥੇ ਬੋਰਡ ਲਾ ਦਿਓ ਹਵੇਲੀ ਵਾਲਿਆਂ ਦੇ। ਮੈਂ ਕਿਹਾ ਜੀ ਠੀਕ ਹੈ ਜੀ। ਇਹਨਾਂ ਨੇ ਉਸ ਵੇਲੇ ਬਰਸਾਤਾਂ ਆ ਗਈਆਂ, ਪਤਾ ਨਹੀਂ ਕਿਆ ਗਏ, ਨਕਸ਼ਾ ਨਹੀਂ ਬਣਾ ਸਕਦੇ ਉੱਥੇ, ਉਹ ਰਹਿ ਗਿਆ। ਮੈਂ ਆਪਣਾ ਬੋਰਡ ਲਾਤੇ ਜੀ। 2 ਮਹੀਨੇ ਤੋਂ ਬਾਅਦ ਜਿਹੜੇ ਬੋਰਡ ਦਾ 2 ਮਹੀਨੇ ਤੋਂ ਬਾਅਦ ਫਿਰ ਉਹ ਆਈ ਗੱਲ ਕਿ ਇੱਥੇ ਕਿਆ ਬਣਾਈਏ, ਕਿਆ ਹੁਣ ਵੀ ਮਸਲਾ ਉੱਠਿਆ ਕਿ ਉੱਥੇ ਬਣਾਈਏ ਕਿਆ। ਉਹਨਾਂ ਹਾਲਾਂਕਿ ਜਿਹੜੀ ਜਗ੍ਹਾ ਤੁਹਾਡੀ ਹੈ ਉਹ ਫ੍ਰੀ ਦੇਤੀ ਉਹਨਾਂ ਨੇ। ਕੋਈ ਕਹਿੰਦਾ ਕੁਛ, ਕੋਈ ਕਹਿੰਦਾ ਕੁਛ, ਲੇਕਿਨ ਫਿਰ ਵੀ ਸਾਰੇ ਸਹਿਯੋਗ ਕਰਨ। ਉਹ ਜਗ੍ਹਾ ਜਿਹੜੀ ਖਰੀਦ ਕੇ ਉਹਨੂੰ ਪਹਿਲਾਂ ਸਫਾਈ ਕੀਤੀ ਜਾਵੇ। ਸਫਾਈ ਕਰਨ ਤੋਂ ਬਾਅਦ ਸੋਚੀਏ ਕਿ ਜਗ੍ਹਾ ਉਹ ਸ਼ਾਨਦਾਰ ਹੈ, ਕਿ ਆਹ ਜਗ੍ਹਾ ਜਿੱਥੇ ਹੋਣਾ ਸੀ ਸ਼ਾਨਦਾਰ ਹੈ। ਮੇਰਾ ਮਤਲਬ ਇਹ ਹੈ ਕਿ ਸਾਰੇ ਸਹਿਯੋਗ ਦੇ ਨਾਲ ਆਪਾਂ ਧੱਪੇ ਕਰਕੇ ਕੋਈ ਕੰਮ ਨਾ ਕਰੀਏ, ਕਿਸੇ ਦੇ ਖਿਲਾਫਤਵਰਜੀ ਕਰਕੇ ਕੋਈ ਕੰਮ ਨਾ ਕਰੀਏ, ਬਿਲਕੁਲ ਸਹਿਯੋਗ ਦੇ ਨਾਲ ਕੰਮ ਕਰੀਏ। ਔਰ ਕੰਮ ਕੋਈ ਐਸਾ ਨਹੀਂ ਜਿਹੜਾ ਨਾ ਸਿਰੇ ਚੜ੍ਹੇ। ਉਹ ਕਿਲਾ ਕਿੰਨਾ ਕੁ ਕਿਲਾ ਖਰੀਦਣਾ ਬੰਦਾ। ਇੱਕ ਗੱਲ ਹੋਰ, ਇਹ ਵੀ ਮੈਨੂੰ ਅਫਸੋਸ ਹੁੰਦਾ ਕਿ ਅਸੀਂ ਕਿਸੇ ਦਾ ਫਾਇਦਾ ਵੀ ਨਹੀਂ ਕਿਸੇ ਨੂੰ ਉਠਾ ਸਕਦੇ। ਫਿਰ ਮੈਂ ਦੱਸਦਾ, ਸਾਨੂੰ ਅਫਸੋਸ ਹੈ ਕਿ ਅਸੀਂ ਕਿਸੇ ਦਾ ਫਾਇਦਾ ਵੀ ਨਹੀਂ ਉਠਾ ਸਕਦੇ। 4 ਸਾਲ ਦੀ ਗੱਲ ਹੋ ਗਈ, ਮੇਰਾ ਕੋਈ ਬੰਦਾ ਸੀ, ਇਸ ਗੁਰਦੁਆਰਾ ਸਾਹਿਬ ਦੀ ਗੱਲ ਆ ਗਈ। ਮੈਂ ਕਿਹਾ ਜੀ ਗੁਰਦੁਆਰਾ ਸਾਹਿਬ ਬਣਾਉਣਾ ਹੈ। ਉਹਨਾਂ ਨੇ ਕਿਹਾ ਜੀ ਨਕਸ਼ਾ ਬਣਾ ਕੇ ਦੇ ਦਿਓ, ਗੁਰਦੁਆਰਾ ਅਸੀਂ ਸਾਡੇ ਰਿਸ਼ਤੇਦਾਰ ਮਿਲ ਕੇ ਬਣਾ ਦੇਣਗੇ। 4 ਸਾਲ ਦੀ ਗੱਲ ਹੋ ਗਈ ਜੀ। ਜ਼ਿਲ੍ਹੇ ਮੈਂ ਢਿੱਲਾ ਜਿਹਾ ਕੰਮ ਦੇਖਿਆ, ਮੈਂ ਵੀ ਚੁੱਪ ਕਰਕੇ ਬੈਠ ਗਿਆ, ਕਿਉਂਕਿ ਮੇਰੀਆਂ ਲੱਤਾਂ ਵੀ ਪਿੱਛੇ ਖਿੱਚਣੀਆਂ ਸ਼ੁਰੂ ਕਰਤੀਆਂ। ਤਾਂ ਮੈਂ ਕਿਹਾ ਵੀ ਤੂੰ ਕਿਉਂ ਪੰਗਾ ਲੈਣਾ ਇਤਨਾ। ਹੁਣ ਦੀ ਗੱਲ ਹੈ ਆਹ ਮੇਲੇ ਦੀ। ਉਹ ਬੰਦੇ ਮੈਨੂੰ ਫਿਰ ਮਿਲ ਗਏ, ਉਹਨਾਂ ਨੂੰ ਗੱਲ ਯਾਦ ਸੀ। ਕਹਿੰਦੇ ਤੁਹਾਡਾ ਗੁਰਦੁਆਰੇ ਦਾ ਕੀ ਹਿਸਾਬ ਕਿਤਾਬ ਹੈ। ਮੈਂ ਕਿਹਾ ਜੀ ਗੁਰਦੁਆਰੇ ਦੀ ਇੱਕ ਜਗ੍ਹਾ ਸਫਾਈ ਕਰ ਰਹੇ ਹਾਂ, ਉੱਥੇ ਦੇਖਦੇ ਹਾਂ ਕਿਆ ਬਣਦਾ। ਇੱਕ ਗੁਰਦੁਆਰਾ ਸਾਹਿਬ ਸਾਡਾ ਬਣਿਆ, ਉਹਨਾਂ ਦਾ ਪੈਸੇ ਜਮ੍ਹਾਂ, ਹੋਰ ਦੇਖਦੇ ਉੱਥੇ ਕਿਆ ਬਣਦਾ। ਉਹਨਾਂ ਨੇ ਫੇਰ ਕਿਹਾ ਵੀ ਅਸੀਂ ਵਿਜ਼ਿਟ ਕਰੀਏ ਤੁਹਾਡੇ, ਆਈਏ ਉੱਥੇ ਅਸੀਂ ਗੁਰਦੁਆਰਾ ਬਣਾ ਕੇ ਦਿੰਦੇ ਹਾਂ ਤੁਹਾਨੂੰ। ਦੇਖੋ ਇੱਕ ਬੰਦਾ, ਉਹਨਾਂ ਦੇ ਬੰਦੇ ਬਾਹਰ ਆ, ਬੜਾ ਲੈਂਡਲੋਰਡ ਬੰਦੇ, ਉਹਨਾਂ ਨੇ ਮੇਰੇ ਹੱਥ ਪੈਸੇ ਭੇਜੇ, ਉਹਨਾਂ ਨੇ ਅਰਦਾਸ ਕਰਿਓ। ਜਿਹੜੇ ਇਤਨਾ ਸ਼ਰਧਾਵਾਨ ਬੰਦੇ ਨੇ, ਦੇਖੋ ਇਕੱਲੇ ਰਿਸ਼ਤੇਦਾਰਾਂ ਨਾਲ ਮਿਲ ਕੇ ਗੁਰਦੁਆਰਾ ਬਣਾਉਣਾ ਚਾਹੁੰਦੇ ਨੇ। ਮੈਂ ਹੁਣ ਲਾਹਨਤ ਨਹੀਂ ਪਾ ਸਕਦਾ ਆਪਣੇ ਆਪ 'ਤੇ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜ੍ਹਾ। ਪਰ ਅਫਸੋਸ ਇਹ ਹੈ ਕਿ ਅਸੀਂ ਮਿਲ ਜੁਲ ਕੇ ਫਾਇਦਾ ਨਹੀਂ ਉਠਾ ਸਕਦੇ ਇਹੋ ਜਿਹੇ ਬੰਦਿਆਂ ਦਾ। ਇਕੱਲਾ ਬੰਦਾ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਬਣਾਉਣਾ, ਔਰ ਮੈਂ ਇੱਥੇ ਗੱਲ ਕਰਾਈ ਆਪਣੇ ਬੰਦਿਆਂ ਨਾਲ। ਇਕੱਲਾ ਬੰਦਾ ਗੁਰਦੁਆਰਾ ਸਾਹਿਬ ਬਣਾਉਣਾ ਕਰ ਦਿੰਦਾ ਮੈਂ ਤੁਹਾਨੂੰ, ਕਪੂਰੀ ਇਤਿਹਾਸਿਕ ਗੁਰਦੁਆਰਾ। ਲੇਕਿਨ ਅਸੀਂ ਫਾਇਦਾ ਨਹੀਂ ਉਠਾ ਸਕਦੇ, ਕਿਉਂਕਿ ਜਗਤਾਰ ਹੈ, ਜਗਤਾਰ ਦੀ ਲੱਤ ਕਿਸੇ ਨੂੰ ਹੋਰ ਨੇ ਖਿੱਚ ਦੇਣੀ ਹੈ, ਕਿਸੇ ਹੋਰ ਨੇ ਖਿੱਚ ਦੇਣੀ ਹੈ। ਗੁਰਦੁਆਰਾ ਇੱਕ ਮਿੰਟ ਪਲੀਜ਼, ਇੱਕ ਮਿੰਟ ਸੁਣੋ।
टाइप नहीं आप लाइव दो चल वर्ड करना चाह रहे कौन क्या चीज़ आप मेरी जो आपने कौन रोक रहा है मेरी बात सुनो जी की फतेह मैं सबदा होके देख लिया एक तेरा होना बाकी है मैं सबदा होके देख लिया एक तेरा होना बाकी है मैं अपना सब कुछ खो बैठा बस आपा खोना बाकी है मैं सबदा होके देख लिया एक तेरा
सारे भाई भाई एक बार अपने मनो बत्तियां गुरु चरणों ते लगाओ कोई गल नूं वड्डो कर दे एक यतन करो कि जिहड़ी गल करिए सब नूं चंगी असीं गुरु साहब दा हुक्म मनना है सतगुरु दा की हुक्म है सतगुर मेरा मार्गी वाले सतगुर मेरा सर्व पाले सतगुर मेरे की वडियाई पर To hear your notifications, follow जिदे मत्थे दे भागो सेवा कर सकदा है नहीं ते करनी पऊगा गुरु प्यारे एक बार आखो सतनाम श्री ये तो मैं वैद रुद गुरु घर च भी चलता रहा श्री गुरु ग्रंथ साहब का मालक बन के बैठ गया तीर श्री गुरु ग्रंथ साहब का मालक जदों बाबे बकाले ते आया ना 22 गुरु बन गए एक तंबू दे विच श्री गुरु ग्रंथ साहब मक्खन शाह लवाने ने तंबू दे विचों महाराज भी ले लिया तंबू दे मक्खन शाह श्री गुरु तेग बहादुर जी शांति दे को निकलने लगे भाई मक्खन शाह ये उसे गुरु लैन देती सानू नहीं जो पूजा का तान खाएगा बुद्धि मारी जाए कोई भी पूजा का तान खांदा है ना और बुद्धि पृष्ठ होता ये तो साडा कहना मन के दिलबाग सिंह ने ये प्रोग्राम रख दिता सारी संगत के सहयोग नाल सारी संगत नाल आई रखे सब ने कह दिता रखा ठीक एक एक बंदे का नाम लिखा है जो किसी ने दिता है रमाले चढ़ाए ने जो निशान साहब के वक्त देग वास्ते ते सतगुरु जी कह लगे मक्खन शाह एनू ब्यासा दे भेंट कर दे श्री गुरु ग्रंथ साहब पढ़ो इतिहास मंजी साहब के उत्ते विराजमान करके कबर कसा लगा के ब्यासा दरिया दे विच आख्या ब्यासा साडी अमानत रखी है तीर वाल लेने ओदा शिया मसान सी जिन्हें श्री गुरु तेग बहादुर की गोली भी चलाई कहते अरदास करो शिया कहता सी और गुरु ग्रंथ साहब का पहाड़ है ब्यासा का इन्ना पानी तेज उस लंघ गया होना रुड़ गया होना और गुरु ग्रंथ साहब की रुड़ ये सब का साझा सतगुरु जी ने 4 वर्णों की गिनती करके आख्या ना खतरी ब्राह्मण सूद वैस उपदेश 4 वर्णों को साझा फिर कहते अरदास कर अरदास करता है 8 गुरुओं कहते 9वें गुरु का नाम ले गुचकी मारने वाला डबोली आ जरा थल्लों जाके पकड़ के लियाने वाला सी अरदास की उन्हें गुचकी मारी श्री गुरु ग्रंथ साहब मंजा साहब के अलग विराजमान मंजी साहब कबर कसा लगे है एक जिल्द नूं माड़ा जा लगे अज भी करतारपुर है उस बिरद हो गया हाथ लाया अंत दे नहीं पकड़ी जब तीन मन मालक बनते ऐसा कोई मार्ग ये सब दस है गुरु घर कोई भी है वो सारे सारे असी कोई वैर विरोध की गल नहीं साढ़े तो एको ही गल है भाई श्री गुरु ग्रंथ साहब जी
ਇੱਥੇ ਵਿਰਾਜਮਾਨ ਹੋਏ ਗੁਰੂ ਗ੍ਰੰਥ ਸਾਹਿਬ सन 80 ਤੋਂ ਕਿੰਨੇ ਸਾਲ 40 ਸਾਲ ਇਸ ਕਰਕੇ ਕਵਨਾ ਸਾਹਿਬ ਦਾ ਪਾਠ ਕਰੀਏ ਅਰਦਾਸ ਜਿੱਥੇ ਵੀ ਕੋਈ ਬਣਨਾ ਚਾਹੇ ਦੀਕਸ਼ਿਤ ਬਣਾਏ ਕਰਵਾਏ ਕਿਰਪਾ ਕਰੇ एक सिख मशीनरी कॉलेज वाले ने आना सी उन्होंने तरीक बदल 2 तरीक रख दी वो आप जी गुट के उठी आ रहत मर्यादा दसन भी किस तरह गुट के रखनी किस तरह पुठिया रखनिया ने किस तरह गुरु नूं गुरु मनना है इस करके वो अज नहीं आ सके उन्हें 2 तरीक रख दी 2 तरीक नूं सवेरे 10 बजे आओगे सर माई भाई ने पहुँच के हाजिरियाँ पढ़निया ने अगे परसों कल तो पहली तरीक है परसों 2 परसों इस करके क्षेत्र आओगे शाहबाद आपने गिनती करके लिखवा देनी है कि किन्ने बच्चे गुटके लैन वाले ने कल दस देना किन्ने पुठिया लैन वाले ने पर एक गल मेरी होर प्रवान करनी कि जिथे गुटके रखोगे बस्तर दे बने उधर पैर ना हो साढ़े पैर उच्चे हो साढ़े पैर जिवें उच्चे हो जो संचिया रखनिया सहज पाठ करना है ये कोई आसान काम तो है नहीं को तुझे रसाला रख देता कोई रख देता एक श्री गुरु ग्रंथ साहिब की बाणी है इस करके भाई पवन साहिब का पाठ करिए इस करके महाराज कृपा कर तुहाडे सिख शब्द प्यारे